ਮੈਨੂੰ ਇੰਝ ਲੱਗਦਾ ਜਿਵੇਂ ਮੇਰੀ ਬੇਟੀ ਏ। ਉਹਨੇ ਚੁੱਕਿਆ, ਪਿਆਰ ਸ਼ਰ ਕੀਤਾ। ਮਲਕਾ ਵੀ ਆਖਿਆ ਵੀ ਮੈਨੂੰ ਇਹ ਬੱਚਾ ਚਾਹੀਦਾ, ਮੈਨੂੰ ਇੱਥੇ ਹੀ ਰੱਖੋ। ਬਾਦਸ਼ਾਹ ਆਖਿਆ ਵੀ ਅਸੀਂ ਇਹਦੇ ਪਿਓ ਨੂੰ ਕਿਹਾ ਹੈ ਕਿ ਇਹਦੀ ਮਾਂ ਨੂੰ ਪੁੱਛੇ, ਨਹੀਂ ਤੇ ਇਹਦੀ ਮਾਂ ਨੂੰ ਵੀ ਕਹੋ ਵੀ ਉਹ ਵੀ ਇੱਥੇ ਮਹੱਲ 'ਚ ਆ ਜਾਏ, ਤੁਸੀਂ ਵੀ ਇੱਥੇ ਮਹੱਲ 'ਚ ਆ ਜਾਓ, ਚਲੋ ਸਾਡਾ ਦਿਲ ਲੱਗਿਆ ਰਵੇਗਾ। ਉਹਨੇ ਆਖਿਆ ਜੀ ਅੱਛਾ, ਮੈਂ ਇਹਦੀ ਵਾਲਦਾ ਨੂੰ ਪੁੱਛ ਕੇ ਤੇ ਫਿਰ ਦੱਸਾਂਗਾ। ਦਰਵੇਸ਼ ਬੱਚੇ ਨੂੰ ਲੈ ਕੇ ਘਰ ਚਲਾ ਗਿਆ। ਜਾ ਕੇ ਉਹਨੇ ਬੇਗਮ ਨੂੰ ਦੱਸਿਆ ਵੀ ਇਹ ਮਾਜਰਾ। ਉਸ ਆਖਿਆ ਵੀ ਕੰਮ ਖਰਾਬ, ਜੇ ਬੱਚਾ ਘਲੀ ਤੇ ਮੈਂ ਨਹੀਂ ਬਚਦੀ, ਜੇ ਮੈਂ ਉੱਥੇ ਜਾਵਾਂ ਤੇ ਫੜੇ ਜਾਣਗੇ। ਉਹ ਇੱਕ ਦੋ ਦਿਨ ਇਹ ਕੋਈ ਨਾ ਗਏ। ਜਿਹੜੀ ਸੀ ਨਾ ਬਾਦਸ਼ਾਹ ਦੀ ਬੇਗਮ ਮਲਕਾ, ਉਹਨੂੰ ਸਕੂਨ ਨਾ ਆਇਆ। ਉਹ ਪੁੱਛਦੀ ਪਛਾਣਦੀ ਨਾਲ ਨੌਕਰ ਨਕਰਾਣੀਆਂ ਲੈ ਜਨਾਬ ਤੇ ਫਕੀਰ ਦੀ ਝੌਂਪੜੀ ਦੇ ਬਾਹਰ ਆ ਗਈ। ਦਰਵਾਜ਼ਾ ਖੜਕਾਇਆ। ਸਾਰੇ ਔਰਤ ਜ਼ਾਤ ਸੀ, ਦਰਵੇਸ਼ ਘਰ ਕੋ ਨਹੀਂ ਸੀ। ਦਰਵਾਜ਼ਾ ਖੋਲ੍ਹਣਾ ਪਿਆ। ਜਦੋਂ ਅੰਦਰ ਆਈ ਮਲਕਾ, ਉਹਨੇ ਵੇਖਿਆ ਤੇ ਆਪਣੀ ਬੇਟੀ ਨੂੰ, ਤੇ ਮਲਕਾ ਦੀ ਨਿਕਲੀ ਜ਼ੋਰ ਦੀ ਚੀਕ ਇੱਕ। ਮਲਕਾ ਡਰ ਗਈ। ਉਹਦੀ ਬੇਟੀ ਨੇ ਆਪਣੀ ਮਾਂ ਨੂੰ ਫੜਿਆ, ਹੋਸ਼ ਦਵਾਈ। ਉਸ ਆਖਿਆ ਅੰਮੀ ਜੀ ਹੋਸ਼ ਕਰੋ, ਮੈਂ ਹੀ ਹਾਂ, ਪਰੇਸ਼ਾਨ ਨਾ ਹੋ, ਮੈਂ ਹੀ ਹਾਂ, ਤੁਹਾਡੀ ਬੇਟੀ ਹਾਂ। ਜਦੋਂ ਇੰਨੀ ਗੱਲ ਕੀਤੀ ਤੇ ਮਲਕਾ ਦੀ ਇੱਕ ਹੋਰ ਚੀਕ ਨਿਕਲੀ। ਬਾਹਰ ਸਾਰੀ ਦੁਨੀਆ ਇਕੱਠੀ ਹੋ ਗਈ ਵੀ ਝੌਂਪੜੀ 'ਚ ਕੀ ਹੋ ਗਿਆ, ਮਲਕਾ ਨੂੰ ਕੀ ਹੋ ਗਿਆ। ਲੋਕ ਬਾਹਰ ਸੁਣਦੇ ਹਨ ਵੀ ਅੰਦਰ ਗੱਲਾਂ ਕੀ ਹੁੰਦੀਆਂ ਨੇ ਪਈਆਂ। ਉਸ ਆਖਿਆ ਵੀ ਇਹ ਸਾਰੀ ਗੱਲਬਾਤ ਹੋਈ ਹੈ, ਤੁਹਾਡੇ ਵਾਸਤੇ ਮੈਂ ਮਰ ਗਈ ਹਾਂ, ਦੁਨੀਆ ਵਾਸਤੇ ਵੀ ਮੈਂ ਮਰ ਗਈ ਹਾਂ, ਲੇਕਿਨ ਮੇਰੀ ਜਿਹੜੀ ਜ਼ਿੰਦਗੀ ਹੈ ਇਸ ਬੰਦੇ ਦੀ ਅਮਾਨਤ ਹੈ, ਤੇ ਲਿਹਾਜ਼ਾ ਹੁਣ ਮੇਰਾ ਇਹ ਸ਼ੋਹਰ ਵੀ ਹੈ ਤੇ ਮੈਂ ਇਹਨੂੰ ਛੱਡ ਕੇ ਨਹੀਂ ਜਾ ਸਕਦੀ। ਉਸ ਆਖਿਆ ਅੱਛਾ। ਇੰਨੀ ਦੇਰ ਪਈ ਹੁੰਦੀ ਤੇ ਬਾਦਸ਼ਾਹ ਸਲਾਮਤ ਤੱਕ ਵੀ ਗੱਲ ਪਹੁੰਚ ਗਈ। ਬਾਦਸ਼ਾਹ ਸਲਾਮਤ ਵੀ ਘੋੜੇ ਤੇ ਚੜ੍ਹੇ, ਉਹ ਵੀ ਆ ਗਿਆ। ਉਹਨਾਂ ਨੂੰ ਵੀ ਪਤਾ ਲੱਗਾ ਬੇਟੀ ਜ਼ਿੰਦਾ ਜਨਾਬ। ਉੱਥੇ ਰੋਲੇ ਤੇ ਰੌਣਕਾਂ ਤੇ ਨਾਅਰੇ ਤੇ ਸ਼ੋਰ ਸ਼ਰਾਬੇ ਸ਼ੁਰੂ ਹੋ ਗਏ। ਬਾਦਸ਼ਾਹ ਸਲਾਮਤ ਬੜੇ ਖੁਸ਼, ਮਲਕਾ ਉਸ ਤੋਂ ਵੀ ਜ਼ਿਆਦਾ ਖੁਸ਼। ਉਹਨਾਂ ਨੂੰ ਇਹ ਕੋਈ ਫਿਕਰ ਨਾ ਰਹੀ ਵੀ ਇਹ ਇੱਕ ਫਕੀਰ ਨਾਲ ਇਹਦੀ ਸ਼ਾਦੀ ਹੋ ਗਈ ਹੈ। ਉਹਨਾਂ ਨੂੰ ਇਹ ਖੁਸ਼ੀ ਬੜੀ ਸੀ ਵੀ ਸਾਡੀ ਇੱਕ ਦੁਨੀਆ ਤੇ ਬੇਟੀ ਸੀ ਤੇ ਉਹ ਵੀ ਜ਼ਿੰਦਾ ਹੈ, ਤੇ ਉਹਦਾ ਵੀ ਅੱਗੋਂ ਬੇਟਾ ਹੈ। ਬੜੇ ਖੁਸ਼। ਉਹਨਾਂ ਫਕੀਰ ਦਾ ਤਰਲਾ ਕੀਤਾ। ਉਸ ਆਖਿਆ ਵੀ ਗੱਲ ਤੂੰ ਸਾਡਾ ਜਵਾਈ, ਇਹ ਸਾਡੀ ਧੀ ਹੈ, ਅਸੀਂ ਇਹਦੇ ਬਗੈਰ ਨਹੀਂ ਰਹਿ ਸਕਦੇ। ਅਸੀਂ ਝੋਲੀ ਚੁੱਕ ਕੇ ਤੇਰੇ ਅੱਗੇ ਦੁਆ ਭੀਖ ਮੰਗਨੇ ਆ ਵੀ ਤੁਸੀਂ ਸਾਡੇ ਨਾਲ ਚਲੇ ਜਾ ਕੇ ਮਹੱਲ 'ਚ ਰਹੋ, ਤੁਸੀਂ ਆਪਣੀ ਜ਼ਿੰਦਗੀ ਖੁਸ਼ੀ ਨਾਲ ਗੁਜ਼ਾਰੋ, ਕੋਈ ਪਰੇਸ਼ਾਨੀ ਨਹੀਂ ਸਾਨੂੰ। ਲਓ ਜੀ, ਉਹਨਾਂ ਆਖਿਆ ਠੀਕ, ਅਸੀਂ ਆ ਜਾਵਾਂਗੇ, ਤੁਸੀਂ ਫਿਲਹਾਲ ਜਾਓ। ਬਾਦਸ਼ਾਹ ਤੇ ਮਲਕਾ ਚਲੇ ਗਏ। ਜਿਸ ਦਿਨ ਉਹਨਾਂ ਆਉਣਾ ਸੀ ਨਾ ਜਨਾਬ, ਪੂਰੀ ਸਲਤਨਤ ਨੂੰ ਉੱਥੇ ਮਦਊ ਕੀਤਾ ਗਿਆ। ਬੜੀ ਵੱਡੀ ਮਹਿਫਲ, ਬੜੇ ਬੜੇ ਅੱਛੇ ਖਾਣੇ ਪਕਾਏ ਗਏ ਤੇ ਕਿਤਨੇ ਦਰਜਨਾਂ ਦੇ ਸਮਾਂ ਦੇ ਹਿਸਾਬ ਨਾਲ ਉੱਥੇ ਘੋੜੇ ਉਹਨਾਂ ਦਾ ਇਸਤਕਬਾਲ ਕਰਨੇ ਵਾਸਤੇ। ਮਹੱਲ ਦੇ ਬਾਹਰ ਗੇਟ ਤੇ ਬਾਦਸ਼ਾਹ ਹਾਰ ਲੈ ਕੇ ਖਲੋਤਾ ਹੋਵੇ, ਮਲਕਾ ਹਾਰ ਲੈ ਕੇ ਖਲੋਤੀ ਹੋਵੇ, ਉਹ ਵਜ਼ੀਰ ਸਾਹਿਬ ਉਹ ਵੀ ਹਾਰ ਲੈ ਕੇ ਖਲੋਤੇ ਹੋਣ। ਕਿਹਦਾ ਇੰਤਜ਼ਾਰ ਹੋ ਰਿਹਾ? ਫਕੀਰ ਦਾ। ਲਓ ਜੀ, ਉਹ ਮਲਕਾ ਦੀ ਬੇਟੀ ਸ਼ਹਿਜ਼ਾਦੀ, ਫਕੀਰ ਤੇ ਉਹਨਾਂ ਦਾ ਬੇਟਾ ਤਰਾਵੇ ਜਦੋਂ ਆਏ, ਉਹਨਾਂ ਦਾ ਬੜਾ ਹੀ ਅੱਛੇ ਤਰੀਕੇ ਨਾਲ ਇਸਤਕਬਾਲ ਕੀਤਾ ਗਿਆ। ਤੇ ਫਕੀਰ ਨੇ ਮਹੱਲ ਦੇ ਬੂਹੇ ਖਲੋ ਕੇ ਆਪਣੇ ਰੱਬ ਵੱਲ ਵੇਖ ਕੇ ਤੇ ਉਹਨੇ ਕਿਹਾ, ਵਾਹ ਮੌਲਾ ਤੇਰੀ ਸ਼ਾਨ ਹੈ। ਇਹ ਉਹ ਜਗ੍ਹਾ ਹੈ ਕਿ ਜਿੱਥੇ ਮੈਨੂੰ ਅੰਦਰ ਜਾਣ ਵਾਸਤੇ ਵੀ ਘੰਟੇ ਇਜਾਜ਼ਤ ਲੈਣੀ ਪੈਂਦੀ ਸੀ, ਤੇ ਇਹਨਾਂ ਮੈਨੂੰ 3 ਵਾਰੀ 2 ਵਾਰੀ ਭਜਾਇਆ ਜਾਣ ਬੁੱਝ ਕੇ, ਮੈਨੂੰ ਗਰੀਬ ਤੇ ਫਕੀਰ ਸਮਝ ਕੇ। ਅੱਜ ਮੌਲਾ ਤੇਰੀਆਂ ਖੇਡਾਂ ਨੇ, ਅੱਜ ਪੂਰਾ ਮਹੱਲ, ਬਾਦਸ਼ਾਹ ਦੀ ਬੇਗਮ ਮਲਕਾ, ਪੂਰੇ ਨੌਕਰ, ਪੂਰੀ ਫੌਜ ਮੈਨੂੰ ਸਲੂਟ ਮਾਰਨੇ ਵਾਸਤੇ ਖਲੋਤੇ ਨੇ। ਮੇਰੇ ਰੱਬ ਦੇ ਕੰਮ ਬੜੇ ਨਿਰਾਲੇ ਨੇ। ਤੇ ਕਹਾਣੀ ਜ਼ਰਾ ਕਾਫੀ ਲੰਬੀ ਹੋ ਗਈ ਤੇ ਮੈਂ ਹੁਣ ਇਹ ਥੋੜ੍ਹੀ ਜਿਹੀ ਨਾ 5-6 ਛੋਟੀ ਵੀਡੀਓ ਦੇ ਵਿੱਚ ਇਹਦੇ ਹਿੱਸੇ ਬਣਾ ਕੇ ਅਪਲੋਡ ਕਰਾਂਗਾ, ਕਿਉਂ ਅੱਜ ਮੈਨੂੰ ਥੋੜ੍ਹੀ ਜ਼ਰੂਰਤ ਹੈ। ਮੈਂ 5 ਤੋਂ 7 ਮਿੰਟ ਦੀ ਵੀਡੀਓ ਜਿਹੜੀਆਂ ਨੇ ਸ਼ੇਅਰ ਕਰਨੀਆਂ ਨੇ। ਤੇ ਇੱਕ ਛੋਟਾ ਜਿਹਾ ਵਾਕਿਆ ਤੁਹਾਨੂੰ ਹੋਰ ਸੁਣਾ ਦਿੰਦਾ ਵੀ ਇੱਕ ਬਾਦਸ਼ਾਹ ਆਪਣੇ ਮੁਲਕ ਵਿੱਚ ਨਾ ਮਰਨ ਦੇ ਕਰੀਬ ਪਹੁੰਚਿਆ ਤਾਂ ਉਹਨੇ ਐਲਾਨ ਕਰਾਇਆ ਵੀ ਜਿਹੜਾ
ਇੱਕ ਦਿਹਾੜੇ ਮੇਰੀ ਕਬਰਸਤਾਨ ਵਿੱਚ ਜਿਹੜੀ ਕਬਰ ਬਣੀ ਹੈ ਉਹਦੇ ਵਿੱਚ ਇੱਕ ਰਾਤ ਗੁਜ਼ਾਰੇ ਨਾ, ਮੇਰੇ ਮਰਨੇ ਤੋਂ ਬਾਅਦ ਇਹ ਸਲਤਨਤ ਦਾ ਬਾਦਸ਼ਾਹ ਉਹ ਹੋਏਗਾ। ਜਦੋਂ ਲੋਕਾਂ ਨੇ ਐਲਾਨ ਸੁਣਿਆ ਤੇ ਕੋਈ ਵੀ ਰਾਜ਼ੀ ਨਾ ਹੋਵੇ, ਸਾਰੇ ਪਰੇਸ਼ਾਨ ਵੀ ਕਿਹੜਾ ਬੰਦਾ ਕਬਰਸਤਾਨ ਵਿੱਚ ਜਾ ਕੇ ਕਬਰ 'ਚ ਇੱਕ ਰਾਤ ਰਵੇ, ਮਰਨਾ ਕਿਸੇ। ਇੱਕ ਘੁਮਿਆਰ ਜਿਹਦੇ ਕੋਲ ਦੁਨੀਆ ਦੀ ਕੋਈ ਸ਼ੈ ਨਹੀਂ ਸੀ ਸਿਵਾਏ ਇੱਕ ਖੋਤੇ ਤੋਂ, ਨਾ ਬੀਵੀ ਨਾ ਬੱਚੇ ਨਾ ਘਰ ਨਾ ਬਾਰ, ਉਹਨੇ ਸੋਚਿਆ ਮੈਂ ਤਾਂ ਅੱਗੇ ਮਰਿਆ ਜਾਈਆਂ, ਟਰਾਈ ਮਾਰਨਾ ਜੇ ਬਚ ਗਿਆ ਕਬਰ ਵਿੱਚ ਰਾਤੀ ਤੇ ਬਾਅਦ 'ਚ ਬਾਦਸ਼ਾਹ ਬਣ ਜਾਗਾ, ਤੇ ਨਾ ਵੀ ਮਰ ਗਿਆ ਤੇ ਅੱਗੇ ਹੀ ਮੇਰੇ ਕੋਲ ਸ਼ਾਇਦ ਕੋਈ ਨਹੀਂ। ਉਸ ਆਖਿਆ ਜੀ ਇਹ ਸ਼ਰਤ ਮੈਂ ਪੂਰੀ ਕਰਾਂਗਾ। ਬਾਦਸ਼ਾਹ ਕਾ ਦੇਖ